ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੁਣਵੀਆਂ ਖਬਰਾਂ ਦੇ ਉੱਪਰ। ਟਰੂਡੋ ਦਾ ਕਿਊਬੈਕ ਨੂੰ ਖਾਸ ਤੋਹਫਾ, ਇੰਟਰਨੈਟ ਦੇ ਲਈ ਕੀਤੀ ਇਨਵੈਸਟਮੈਂਟ। ਕੈਨੇਡਾ ਦੇ ਵਿੱਚ ਇੱਕ ਹੋਰ ਮਹਾਪੰਚਾਇਤ, ਭਾਰਤ ਦੇ ਕਿਸਾਨਾਂ ਦੇ ਲਈ ਪ੍ਰਦਰਸ਼ਨ। ਕੈਨੇਡਾ ਦੇ ਵਿੱਚ ਸਪਾਊਸ ਕਰ ਰਹੇ ਸਾਥੀ ਦਾ ਇੰਤਜ਼ਾਰ, 1 ਸਾਲ ਤੋਂ ਵੱਧ ਸਮੇਂ ਤੋਂ ਕਰ ਰਹੀ ਉਡੀਕ। ਪਰਿਵਾਰ ਨੂੰ ਅਮਰੀਕਾ ਵਿੱਚ ਜਾ ਕੇ ਸਲਾਦ ਖਾਣਾ ਪਿਆ ਭਾਰੀ, ਮੁੰਡੇ ਦਾ ਦਿਮਾਗ ਹਟਿਆ ਕੰਮ ਕਰਨ ਤੋਂ। ਸਰੀ ਦੇ ਵਿੱਚ ਵਾਪਰਿਆ ਹਾਦਸਾ, 5 ਸਾਲਾ ਲੜਕੀ ਹੋਈ ਜ਼ਖਮੀ। ਰਿਚਮੰਡ ਦੇ ਵਿੱਚ ਮਰਨ ਵਾਲਿਆਂ ਦਾ ਹੋ ਸਕਦਾ ਹੈ ਗੈਂਗ ਵਾਰ ਦੇ ਨਾਲ ਸੰਬੰਧ, ਮਰਨ ਵਾਲੇ 2 ਪੰਜਾਬੀਆਂ ਦੇ ਨਾਮ ਕੀਤੇ ਗਏ ਜਨਤਕ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੱਜ ਨਿਊ ਕੈਨੇਡਾ ਐਨਰਜੀ ਅਕਾਊਂਟ ਐਪਲੀਕੇਸ਼ਨ ਦੀ ਡੈਡਲਾਈਨ ਦੇ ਵਿੱਚ ਵਾਧਾ ਕੀਤਾ ਗਿਆ। ਇਸ ਦਾ ਵਾਧਾ ਮਾਰਚ ਮਹੀਨੇ ਤੋਂ ਜੂਨ ਆਖਿਰ ਤੱਕ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਕਿਊਬੈਕ ਦੇ ਵਿੱਚ ਹਾਈ ਸਪੀਡ ਇੰਟਰਨੈਟ ਦੇ ਵਾਸਤੇ ਇਨਵੈਸਟਮੈਂਟ ਦਾ ਵੀ ਐਲਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤਾ ਗਿਆ। Across the country, we've delivered more than 4.7 million doses so far. Every day, more Canadians are protected. This is the way we all wanted to start the spring, with families from coast to coast to coast breathing a sigh of relief. Of course, while we do everything we can to get Canadians vaccinated as quickly as possible, we'll also continue to be there for workers and for small businesses. On that note, today we're extending the deadline for new Canada emergency business account applications from the end of March to the end of June. As I've said before, we'll do whatever it takes for as long as it takes to help Canadians get through this crisis. An internet connection isn't a luxury, it's a necessity. That's why last November we announced a $1.75 billion investment for the Universal Broadband Fund. We're also investing $600 million for satellite capacity to connect even the most remote communities. With programs like these, we'll connect 98% of all Canadians to high-speed internet by 2026 and all Canadians before 2030. That means more small businesses that can reach customers online, more young people who can get schoolwork done from home, and more grandparents who can FaceTime their grandkids. We're not stopping until we've closed this digital gap. All Canadians, including and especially in rural, remote and northern communities, will have the internet they need to succeed. ਕੈਨੇਡਾ ਦੇ ਵਿੱਚ ਸਮੇਂ-ਸਮੇਂ ਤੇ ਕਿਸਾਨ ਅੰਦੋਲਨ ਦਾ ਜ਼ਿਕਰ ਹੁੰਦਾ ਹੈ। ਇਸ ਦੇ ਨਾਲ ਫਿਕਰ ਵੀ ਹੁੰਦਾ ਹੈ ਤੇ ਆਵਾਜ਼ ਵੀ ਚੁੱਕੀ ਜਾ ਰਹੀ ਹੈ। ਮਹਾਪੰਚਾਇਤ ਭਾਰਤ ਦੇ ਵਿੱਚ ਹੀ ਨਹੀਂ ਬਲਕਿ ਕੈਨੇਡਾ ਦੇ ਉੱਪਰ ਵੀ ਲਗਾਤਾਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕੀਤੀਆਂ ਜਾ ਰਹੀਆਂ ਹਨ। ਕੈਨੇਡਾ ਦੇ ਵੈਂਕੂਵਰ ਆਰਟ ਗੈਲਰੀ ਦੇ ਬਾਹਰ ਜੋ ਖਾਲੀ ਜੁੱਤੀਆਂ ਰੱਖ ਕੇ ਤਮਾਮ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਜਿਨ੍ਹਾਂ ਨੇ ਦਿੱਲੀ ਪ੍ਰਦਰਸ਼ਨ ਦੌਰਾਨ ਆਪਣੀ ਜਾਨ ਗਵਾ ਲਈ। ਇਸ ਦੇ ਨਾਲ ਹੀ ਮਿਸ਼ਨ ਦੇ ਵਿੱਚ ਮਹਾਪੰਚਾਇਤ ਦੇਖਣ ਨੂੰ ਮਿਲੀ। ਕਿਸਾਨਾਂ ਦੇ ਹੱਕ ਦੇ ਵਿੱਚ ਮਹਾਪੰਚਾਇਤ ਭਾਰਤ ਦੇ ਵਿੱਚ ਹੀ ਨਹੀਂ ਬਲਕਿ ਕੈਨੇਡਾ ਦੇ ਵਿੱਚ ਵੀ ਲਗਾਤਾਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮਹਾਪੰਚਾਇਤ ਕੀਤੀ ਜਾ ਰਹੀ ਹੈ। ਕੈਨੇਡਾ ਦੇ ਵਿੱਚ ਵੀ ਕਿਸਾਨੀ ਮੁੱਦਾ ਚੁੱਕਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਖਾਲੀ ਜੁੱਤੀਆਂ ਰੱਖ ਕੇ ਤਮਾਮ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਦਿੱਲੀ ਬਾਰਡਰ ਉੱਪਰ ਕਿਸਾਨ ਅੰਦੋਲਨ ਦੇ ਚੱਲਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਵੈਂਕੂਵਰ ਆਰਟ ਗੈਲਰੀ ਦੇ ਬਾਹਰ ਅਜਿਹਾ ਹੀ ਦੇਖਣ ਨੂੰ ਮਿਲਿਆ ਜਿੱਥੇ ਖਾਲੀ ਜੁੱਤੀਆਂ ਰੱਖੀਆਂ ਗਈਆਂ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ। ਇਸ ਦੇ ਨਾਲ ਹੀ ਕੀਰਤਨ ਵੀ ਕੀਤਾ ਗਿਆ। ਉਧਰ ਦੂਜੇ ਪਾਸੇ ਮਿਸ਼ਨ ਦੇ ਵਿੱਚ ਮਹਾਪੰਚਾਇਤ ਕੀਤੀ ਗਈ ਜਿੱਥੇ ਲਗਾਤਾਰ ਕਿਸਾਨੀ ਅੰਦੋਲਨ ਦੇ ਬਾਰੇ ਵਿੱਚ ਆਪਣੇ ਵਿਚਾਰ ਰੱਖੇ ਗਏ ਅਤੇ ਕਿਸਾਨੀ ਨਾਅਰੇ ਲਗਾਏ ਗਏ। ਸੋ ਸਾਨੂੰ ਪਤਾ ਕਿ ਜਿਹੜੀ ਇੰਡੀਅਨ ਗਵਰਨਮੈਂਟ ਆ ਕਿ ਜੇ ਅਸੀਂ ਹਟ ਕੇ ਦੇਖਣ ਨੂੰ ਕਿ ਉਹ ਕੀ ਕਰਦੇ ਕੰਮ ਕਿ ਸਾਨੂੰ ਇਹੀ ਆ ਡਰ ਰਹਿੰਦਾ ਕਿ ਉੱਥੇ ਕੁਝ ਹੋ ਨਾ ਜਾਵੇ। ਅਸੀਂ ਚਾਹੁੰਦੇ ਕਿ ਜਿੰਨੇ ਵੀ ਸਾਡੇ ਕਮਿਊਨਿਟੀ 'ਚ ਆ ਭਾਵੇਂ ਆਪਣੇ ਹੋਣ ਭਾਵੇਂ ਗੋਰੇ ਹੋਣ ਚੀਨੀ ਹੋਣ ਕੋਈ ਵੀ ਕਿ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਇੰਡੀਆ 'ਚ ਕੀ ਹੁੰਦਾ ਇਸ ਵੇਲੇ ਤਾਂ ਅਸੀਂ ਆਪਣੇ ਫਾਰਮਰਸ ਨੂੰ ਕਿੱਦਾਂ ਸਪੋਰਟ ਕਰ ਸਕਦੇ ਹਾਂ। ਸੋ ਅਸੀਂ ਸੋਚਿਆ ਅਸੀਂ ਇੱਥੇ ਵੈਂਕੂਵਰ ਆਰਟ ਗੈਲਰੀ 'ਚ ਆਵਾਂਗੇ। ਅਸੀਂ ਸਕਾਟ ਰੋਡ 'ਤੇ ਜਾਂਦੇ ਹੁੰਦੇ ਹਾਂ, ਕਿੰਗ ਜਾਰਜ 'ਤੇ ਜਾਂਦੇ ਹੁੰਦੇ ਹਾਂ। ਅਸੀਂ ਚਾਹੁੰਦੇ ਸੀ ਕਿ ਉਹ ਇੱਦਾਂ ਦਾ ਕੋਈ ਥਾਂ ਹੋਵੇ ਜਿੱਥੇ ਜਿਹੜੇ ਹੋ ਸਕਦਾ ਜਿਹੜੇ ਨਾ ਜਾਣਦੇ ਹੋਣ ਕਿ ਇੱਥੇ ਕਿ ਫਾਰਮਰਸ ਨਾਲ ਕੀ ਹੁੰਦਾ ਆ। ਅਸੀਂ ਉੱਥੇ ਜਾਣਾ ਚਾਹੁੰਦੇ ਸੀ ਜਿੱਥੇ ਅਸੀਂ ਸਿਮਰਨ ਵੀ ਕਰ ਸਕਦੇ ਸੀਗੇ, ਖੁੱਲ੍ਹਾ ਥਾਂ ਹੋਵੇ, ਕੋਵਿਡ ਪ੍ਰੋਟੋਕੋਲਸ ਵੀ ਅਸੀਂ ਦੇਖਣਾ ਚਾਹੁੰਦੇ ਸੀ। ਪਰ ਅਸੀਂ ਇਹੀ ਚਾਹੁੰਦੇ ਸੀ ਕਿ ਅਸੀਂ ਜਿੰਨੀ ਵੀ ਅਵੇਅਰਨੈਸ ਰੇਜ਼ ਕਰ ਸਕਦੇ ਹਾਂ ਕਿ ਅਸੀਂ ਕਰੀਏ। ਠੀਕ ਹੈ, ਜਿਹਦਾ ਅੱਜ ਵੀ ਮੈਂ ਕਹਿੰਦਾ ਇੱਕ ਬਾਸਮਤੀ ਦੀ ਵੇਵ ਹੈਗੀ ਰਾਈਟ ਉੱਥੇ ਵੀ ਚੱਲਦੇ ਆ। ਇੱਥੇ ਵੀ ਪ੍ਰੋਟੈਸਟ ਤੁਸੀਂ ਕੀਤਾ, ਸਰੀ 'ਚ ਕਾਰ ਰੈਲੀ ਵੀ ਕੱਢੀ ਗਈ ਰਾਈਟ। ਤੁਸੀਂ ਕੀ ਸੋਚਦੇ ਆ ਕਿ ਜੇ ਇੱਦਾਂ ਤੁਸੀਂ ਕਰੋਗੇ ਮਤਲਬ ਉਹ ਇੰਡੀਆ ਦੇ ਵਿੱਚ ਕਿੱਦਾਂ ਅਫੈਕਟ ਕਰੋਗੇ? ਆਈ ਥਿੰਕ
ਬਹੁਤ ਵੇਜ਼ ਹੈ ਜਿਹੜਾ ਇਫੈਕਟ ਕਰਦਾ ਹੈ। ਪਹਿਲਾਂ ਤਾਂ ਜਿੰਨੇ ਫਾਰਮਰਸ ਆ, ਜਿੰਨੇ ਸਾਰੇ ਕਿਸਾਨ ਬਜ਼ੁਰਗ ਬੈਠੇ ਆ, ਉਹਨਾਂ ਦਾ ਹੌਸਲਾ ਵਧੇ ਕਿ ਅਸੀਂ ਸਾਰੇ ਤੁਹਾਡੇ ਨਾਲ ਹੈ, ਤੁਸੀਂ ਇਕੱਲੇ ਨਹੀਂ ਹੈਗੇ, ਕਿ ਇੱਦਾਂ ਨਹੀਂ ਕਿ ਇੱਕ ਮਹੀਨਾ ਅਸੀਂ ਪ੍ਰੋਟੈਸਟ ਕਰ ਲਿਆ ਹਟ ਗਏ। ਅਸੀਂ ਚਾਹੁੰਦੇ ਕਿ ਸਾਡੇ ਜਿੰਨੇ ਚ ਉਹਨੇ ਹਿੰਮਤ ਆ ਉਨੀ ਸਾਡੇ ਚ ਹੋਵੇ, ਕਿ ਅਸੀਂ ਬਸ ਕਰੀ ਜਾਈਏ। ਸਾਨੂੰ ਲੱਗਦਾ ਜਿੱਦਾਂ ਹੁਣ ਅੱਜ ਟਰੈਕਟਰ ਰੈਲੀ ਵੀ ਨਿਕਲੀ, ਕਾਰ ਰੈਲੀ ਵੀ ਨਿਕਲੀ, ਅੱਜ ਇੱਥੇ ਵੀ ਅਸੀਂ ਆਏ ਹਾਂ, ਸਕਾਟ ਰੋਡ ਵੀ ਅੱਜ ਚੱਲਦਾ ਪ੍ਰੋਗਰਾਮ। ਅਸੀਂ ਚਾਹੁੰਦੇ ਕਿ ਜਿਹੜਾ ਵੀ ਜਿੱਥੇ ਵੀ ਜਾ ਸਕਦਾ ਜਾਵੇ ਜ਼ਰੂਰ, ਕਿ ਤੁਹਾਨੂੰ ਇੱਦਾਂ ਨਹੀਂ ਕਿ ਮੈਂ ਸਕਾਟ ਰੋਡ ਜਾ ਨਹੀਂ ਸਕਦੀ ਕਿ ਮੇਰੇ ਰਾਤ ਨੂੰ ਟਾਈਮ ਨਹੀਂ ਲੱਗਦਾ, ਮੈਂ ਦਿਨੋਂ ਕੰਮ ਕਰਦੀ ਹਾਂ, ਤੁਸੀਂ ਦਿਨੇ ਜਾ ਸਕਦੇ, ਤੁਸੀਂ ਕੋਈ ਟਰੈਕਟਰ ਰੈਲੀ 'ਤੇ ਜਾ ਸਕਦੇ ਆ, ਕਿ ਜਿੱਥੇ ਵੀ ਤੁਹਾਡਾ ਟਾਈਮ ਬਣਦਾ ਤੁਸੀਂ ਜ਼ਰੂਰ ਜਾਓ। ਕੈਨੇਡਾ ਦੇ ਵਿੱਚ ਮਾਰਚ ਮਹੀਨੇ ਤੋਂ ਹੀ ਯਾਤਰਾ ਦੇ ਉੱਪਰ ਪਾਬੰਦੀਆਂ ਲਗਾਈਆਂ ਗਈਆਂ। ਇਸ ਦੇ ਨਾਲ ਹੀ ਜੋ ਐਪਲੀਕੇਸ਼ਨ ਜਾਣੀ ਕਿ ਅਰਜ਼ੀਆਂ ਦੇ ਉੱਪਰ ਪ੍ਰੋਸੈਸਿੰਗ ਹੁੰਦੀ ਹੈ, ਉਸ ਦੇ ਵਿੱਚ ਵੀ ਕਾਫੀ ਜ਼ਿਆਦਾ ਦੇਰੀ ਹੋ ਰਹੀ ਹੈ। ਜੇਕਰ ਸਪਾਊਸ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਜਿਹੜੇ ਉਹਨਾਂ ਦੇ ਪਾਰਟਨਰ ਨੇ, ਉਹਨਾਂ ਨੂੰ ਮਿਲਣ ਦੇ ਵਾਸਤੇ ਇੱਕ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ, ਕਿਉਂਕਿ ਉਹਨਾਂ ਦੀ ਐਪਲੀਕੇਸ਼ਨਸ ਜੋ ਇੱਥੇ ਲੱਗੀਆਂ ਹੋਈਆਂ ਸੀ, ਉਹਨਾਂ ਦੇ ਉੱਪਰ ਬਹੁਤ ਦੇਰੀ ਲੱਗ ਰਹੀ ਹੈ ਪ੍ਰੋਸੈਸ ਹੋਣ ਦੇ ਵਾਸਤੇ। ਕੈਨੇਡਾ ਸਰਕਾਰ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਦਾ ਹੱਲ ਕੱਢਿਆ ਜਾਵੇ, ਕਿਉਂਕਿ ਉਹ ਆਪਣੇ ਪਾਰਟਨਰ ਨੂੰ ਮਿਲਣਾ ਚਾਹੁੰਦੇ ਨੇ। ਇਸ ਦੇ ਕਰਕੇ ਉਹਨਾਂ ਨੂੰ ਕਾਫੀ ਜ਼ਿਆਦਾ ਸਟ੍ਰੈਸ ਅਤੇ ਐਂਜ਼ਾਈਟੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨੇਡਾ ਦੇ ਵਿੱਚ ਮਾਰਚ ਮਹੀਨੇ ਤੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਯਾਤਰਾ ਪਾਬੰਦੀਆਂ ਲਗਾਈਆਂ ਗਈਆਂ। ਇਹ ਜੋ ਯਾਤਰਾ ਪਾਬੰਦੀਆਂ ਲਗਾਈਆਂ ਗਈਆਂ, ਹੌਲੀ-ਹੌਲੀ ਕਰਕੇ ਇਸ ਦੇ ਵਿੱਚ ਢਿੱਲ ਦਿੱਤੀ ਜਾ ਰਹੀ ਹੈ, ਪਰ ਜਿਨ੍ਹਾਂ ਦਾ ਪੇਪਰ ਵਰਕ ਅਜੇ ਤੱਕ ਨਹੀਂ ਹੋਇਆ, ਉਹਨਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਵਿੱਚ ਇੱਕ ਮੁੱਦਾ ਹੈ ਸਪਾਊਸ ਦਾ। ਇਮੀਗ੍ਰੇਸ਼ਨ ਪੇਪਰ ਵਰਕ ਦੇ ਵਿੱਚ ਦੇਰੀ ਹੋ ਰਹੀ ਹੈ, ਉਸ ਦੇ ਕਾਰਨ ਕਈ ਜੋੜੇ 1 ਸਾਲ ਤੋਂ ਵੱਧ ਆਪਣੇ ਸਪਾਊਸ ਤੋਂ ਦੂਰ ਰਹਿਣ ਲਈ ਮਜਬੂਰ ਹਨ। 1 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ, ਸਪਾਊਸ ਆਪਣੇ ਸਾਥੀ ਦਾ ਇੰਤਜ਼ਾਰ ਕਰ ਰਹੇ ਨੇ। ਇਹਨਾਂ ਜੋੜਿਆਂ ਵੱਲੋਂ ਆਪਣੀਆਂ ਅਰਜ਼ੀਆਂ ਪ੍ਰੋਸੈਸਿੰਗ ਦੇ ਲਈ ਭੇਜੀਆਂ ਹੋਈਆਂ ਹਨ, ਜਿਸ ਦੇ ਵਿੱਚ ਕਾਫੀ ਜ਼ਿਆਦਾ ਦੇਰੀ ਹੋ ਰਹੀ ਹੈ ਅਤੇ ਸਪਾਊਸ ਇਸ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਹਨ। ਬਹੁਤ ਸਾਰੇ ਅਜਿਹੇ ਹਨ ਜੋ ਆਪਣਾ ਦੁੱਖ ਸਾਂਝਾ ਕਰ ਰਹੇ ਨੇ। ਅਜਿਹਾ ਹੀ ਇੱਕ ਮਾਮਲਾ ਹੈ ਰਣਦੀਪ ਸਿੰਘ ਦਾ, ਜੋ ਕਿ ਕੈਨੇਡਾ ਦੇ ਵਿੱਚ PR ਹਨ ਅਤੇ ਉਹਨਾਂ ਨੇ ਇੰਡੀਆ ਦੇ ਵਿੱਚ ਦਸੰਬਰ 2019 ਦੇ ਦੌਰਾਨ ਵਿਆਹ ਕਰਵਾਇਆ। ਕੈਨੇਡਾ ਵਾਪਸ ਆਉਂਦਿਆਂ ਹੀ ਉਹਨਾਂ ਨੇ ਆਪਣੀ ਪਤਨੀ ਦਾ ਪੇਪਰ ਵਰਕ ਸ਼ੁਰੂ ਕਰ ਦਿੱਤਾ, ਪਰ ਫਿਰ ਵੀ ਉਹਨਾਂ ਨੂੰ ਇੱਕ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਕੈਨੇਡਾ ਦੇ ਵਿੱਚ ਅਜਿਹੇ ਬਹੁਤ ਸਾਰੇ ਸਪਾਊਸ ਹਨ ਜਿਨ੍ਹਾਂ ਵੱਲੋਂ ਮਿਸੀਸਾਗਾ ਦੇ IRCC ਦਫ਼ਤਰ ਦੇ ਬਾਹਰ ਲਗਾਤਾਰ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਰਣਦੀਪ ਸਿੰਘ ਵੱਲੋਂ ਇਹ ਵੀ ਦੱਸਿਆ ਗਿਆ ਕਿ ਆਖਰੀ ਵਾਰ 9 ਮਾਰਚ 2020 ਨੂੰ ਉਹਨਾਂ ਨੂੰ ਅਪਡੇਟ ਦਿੱਤੀ ਗਈ ਸੀ। ਦੱਸ ਦਈਏ ਕਿ ਜੋ ਅਰਜ਼ੀਆਂ ਦੇ ਵਿੱਚ ਪ੍ਰੋਸੈਸਿੰਗ ਦੇ ਵਾਸਤੇ ਇੰਨਾ ਜ਼ਿਆਦਾ ਸਮਾਂ ਲੱਗ ਰਿਹਾ ਹੈ, ਇਸ ਦੇ ਕਾਰਨ ਜਿਹੜੇ ਜੋੜੇ ਨੇ ਉਹਨਾਂ ਦੇ ਵਿੱਚ ਸਟ੍ਰੈਸ ਅਤੇ ਐਂਜ਼ਾਈਟੀ ਵੀ ਦੇਖਣ ਨੂੰ ਮਿਲ ਰਹੀ ਹੈ। ਲਗਾਤਾਰ ਉਹਨਾਂ ਵੱਲੋਂ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਦੀਆਂ ਅਰਜ਼ੀਆਂ ਨੂੰ ਛੇਤੀ ਤੋਂ ਛੇਤੀ ਪ੍ਰੋਸੈਸ ਕੀਤਾ ਜਾਵੇ। ਕੈਨੇਡਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਬੱਚੇ ਵੱਲੋਂ ਸਲਾਦ ਖਾਧਾ ਗਿਆ, ਜਾਣੀ ਕਿ ਲੈਟਿਊਸ ਖਾਧਾ ਗਿਆ, ਅਤੇ ਉਸ ਤੋਂ ਬਾਅਦ ਹੁਣ ਉਸ ਦਾ ਦਿਮਾਗ ਬਿਲਕੁਲ ਵੀ ਕੰਮ ਨਹੀਂ ਕਰਦਾ। ਦਰਅਸਲ ਇਹ ਮਾਮਲਾ ਜੁੜਿਆ ਹੋਇਆ ਲੈਟਿਊਸ ਦੇ ਨਾਲ ਸਾਹਮਣੇ ਆਇਆ ਹੈ, ਜਿੱਥੇ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਉਹ ਅਮਰੀਕਾ ਗਏ ਸੀ, ਉੱਥੇ ਉਹਨਾਂ ਵੱਲੋਂ ਸੈਲਡ ਖਾਧਾ ਗਿਆ, ਜਾਣੀ ਲੈਟਿਊਸ ਖਾਧਾ ਗਿਆ, ਅਤੇ ਉਹਨਾਂ ਦੇ ਬੱਚੇ ਦੇ ਨਾਲ ਇਹ ਹੋਇਆ। ਨਾ ਤੇ ਉਹ ਦੇਖ ਸਕਦਾ ਹੈ, ਨਾ ਬੋਲ ਸਕਦਾ ਹੈ, ਅਤੇ ਨਾ ਹੀ ਉਸ ਦਾ ਦਿਮਾਗ ਕੰਮ ਕਰਦਾ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਨੇ ਜਿਨ੍ਹਾਂ ਵੱਲੋਂ ਰੋਮਨ ਲੈਟਿਊਸ ਖਾਧਾ ਜਾ ਰਿਹਾ ਹੈ। ਉਹ ਹਸਪਤਾਲ ਦੇ ਵਿੱਚ ਭਰਤੀ ਵੀ ਕਰਵਾਏ ਜਾ ਰਹੇ ਹਨ ਅਤੇ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਬ੍ਰਿਟਿਸ਼ ਕੋਲੰਬੀਆ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਮੁੰਡੇ ਨੇ ਲੈਟਿਊਸ ਖਾਧਾ ਜੋ ਕੋਲੀ ਦੇ ਨਾਲ ਕੰਟੈਮੀਨੇਟਡ ਸੀ, ਅਤੇ ਇਸ ਦੇ ਕਾਰਨ ਉਸ ਲੜਕੇ ਦਾ ਹੁਣ ਦਿਮਾਗ ਕੰਮ ਕਰਨਾ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਚੁੱਕਿਆ ਹੈ। ਕੋਲੀ ਆਊਟਬ੍ਰੇਕ ਜ਼ਿਆਦਾਤਰ ਹੈਮਬਰਗਰ ਦੇ ਨਾਲ ਸੰਬੰਧਿਤ ਹੈ, ਪਰ ਪਿਛਲੇ ਦਹਾਕੇ ਤੋਂ ਇਹ US ਤੋਂ ਜੋ ਕੈਨੇਡਾ ਰੋਮਨ ਲੈਟਿਊਸ ਆ ਰਿਹਾ ਹੈ ਉਸ ਦੇ ਵਿੱਚ ਪਾਇਆ ਜਾ ਰਿਹਾ ਹੈ। ਹੁਣ ਤੱਕ 7 ਲੋਕਾਂ ਦੀ ਇਸ ਕਾਰਨ ਜਾਨ ਜਾ ਚੁੱਕੀ ਹੈ ਅਤੇ ਦੋਹਾਂ ਦੇਸ਼ਾਂ ਜਾਣੀ ਕਿ ਕੈਨੇਡਾ ਤੇ ਅਮਰੀਕਾ ਦੇ ਵਿੱਚ ਵੱਡੀ ਗਿਣਤੀ ਅੰਦਰ ਲੋਕ ਬਿਮਾਰ ਪਏ ਨੇ। ਇਹਨਾਂ ਵਿੱਚੋਂ ਹੀ ਇੱਕ ਹੈ ਟੌਡਲਰ ਲਿਊਕਸ। ਦੱਸ ਦਈਏ ਕਿ 2018 ਦੇ ਦੌਰਾਨ ਲਿਊਕਸ ਦੇ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਲੈ ਕੇ ਡਿਜ਼ਨੀਲੈਂਡ ਗਏ, ਉਹਨਾਂ ਨੂੰ ਘੁਮਾਉਣ ਗਏ। ਇਹ ਪਰਿਵਾਰ ਦਾ ਪਹਿਲਾ ਕੈਨੇਡਾ ਤੋਂ ਬਾਹਰ ਵਾਲਾ ਟ੍ਰਿਪ ਸੀ, ਪਰ ਉਸ ਸਮੇਂ ਉਹ ਨਹੀਂ ਜਾਣਦੇ ਸੀ ਕਿ ਉੱਥੇ ਖਾਧਾ ਥੋੜਾ ਜਿਹਾ ਸੈਲਡ ਹੀ ਉਹਨਾਂ ਦੇ ਲਈ ਕਾਫੀ ਵੱਡੀ ਮੁਸੀਬਤ ਲੈ ਕੇ ਆ ਸਕਦਾ ਹੈ। ਇਸ ਤੋਂ ਬਾਅਦ ਕੋਲੀ ਦੋਹਾਂ ਦੇਸ਼ਾਂ ਦੇ ਵਿੱਚ ਫੈਲ ਗਿਆ। ਇਸ ਦੇ ਕਾਰਨ 35 ਜਾਣੇ ਹਸਪਤਾਲ ਦੇ ਵਿੱਚ ਦਾਖਲ ਕਰਵਾਏ ਗਏ। ਜੋ ਲਿਊਕਸ ਦੇ ਉੱਪਰ ਅਸਰ ਹੋਇਆ ਹੈ, ਇਸ ਤੋਂ ਬਾਅਦ ਨਾ ਤਾਂ ਉਹ ਦੇਖ ਸਕਦਾ ਹੈ, ਨਾ ਚੱਲ ਸਕਦਾ ਹੈ ਅਤੇ ਨਾ ਹੀ ਬੋਲ ਸਕਦਾ ਹੈ।
ਸਰੀ ਦੇ ਵਿੱਚ ਇੱਕ ਵਾਹਨ ਦੇ ਨਾਲ ਹਾਦਸਾ ਵਾਪਰਿਆ ਹੈ, ਜਿਸ ਤੋਂ ਬਾਅਦ 3 ਜਾਣੇ ਜ਼ਖਮੀ ਹੋਏ ਨੇ। ਇਸ ਦੇ ਵਿੱਚ ਇੱਕ 5 ਸਾਲਾ ਲੜਕੀ ਵੀ ਸ਼ਾਮਿਲ ਹੈ। ਜਿਹੜੇ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ। ਪੁਲਿਸ ਵੱਲੋਂ ਫਿਲਹਾਲ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਸਰੀ ਦੇ ਵਿੱਚ ਮੋਟਰ ਵਹੀਕਲ ਕੋਲੀਜਨ ਦਾ ਮਾਮਲਾ ਸਾਹਮਣੇ ਆਇਆ। ਇਸ ਤੋਂ ਬਾਅਦ ਸਰੀ RCMP ਵੱਲੋਂ ਵਾਹਨ ਦੀ ਟੱਕਰ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਦੱਸੀਏ ਕਿ ਇਹ ਘਟਨਾ ਮਾਰਚ 21, 2021 ਨੂੰ ਸ਼ਾਮ 5 ਵਜੇ ਦੇ ਕਰੀਬ ਵਾਪਰੀ। ਇਹ ਹਾਦਸਾ 72 ਐਵੀਨਿਊ ਬੱਸ ਸਟਾਪ ਨੇੜੇ ਵਾਪਰਿਆ। ਇਸ ਦੌਰਾਨ 3 ਲੋਕ ਜ਼ਖਮੀ ਪਾਏ ਗਏ ਅਤੇ ਇਸ ਦੇ ਵਿੱਚ ਇੱਕ 5 ਸਾਲਾ ਲੜਕੀ ਸ਼ਾਮਲ ਹੈ। ਇਹਨਾਂ 3 ਲੋਕਾਂ ਵਿੱਚੋਂ ਇੱਕ ਨੂੰ ਕਾਫੀ ਜ਼ਿਆਦਾ ਸੱਟਾਂ ਆਈਆਂ ਹਨ। ਵਿਕਟਮਸ ਨੂੰ ਹਸਪਤਾਲ ਲੈ ਕੇ ਜਾਇਆ ਗਿਆ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਜੋ ਜਾਣਕਾਰੀ ਮਿਲੀ ਹੈ ਉਸ ਦੇ ਮੁਤਾਬਕ ਜੋ ਇਸ ਵਾਹਨ ਨੂੰ ਚਲਾਉਣ ਵਾਲਾ ਡਰਾਈਵਰ ਹੈ ਉਹ ਕਲਾਸ 7 ਲਰਨਰ ਹੈ। ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਡਰਾਈਵਰ ਸੁਪਰਵਿਜ਼ਨ ਅਧੀਨ ਸੀ। ਇਸ ਮਾਮਲੇ ਦੇ ਉੱਪਰ ਸਰੀ RCMP ਕ੍ਰਿਮੀਨਲ ਕੋਲੀਜਨ ਇਨਵੈਸਟੀਗੇਸ਼ਨ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਅਜੇ ਕੋਈ ਵੀ ਚਾਰਜ ਨਹੀਂ ਲਗਾਏ ਗਏ ਕਿਉਂਕਿ ਉਹ ਅਜੇ ਮਾਮਲੇ ਦੀ ਪੜਤਾਲ ਕਰ ਰਹੇ ਨੇ। ਨਾਲ ਦੀ ਨਾਲ तमाम ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਕੋਲ ਇਸ ਦੇ ਨਾਲ ਸੰਬੰਧਿਤ ਡੈਸ਼ ਕੈਮ ਫੁਟੇਜ ਜਾਂ ਫਿਰ ਹੋਰ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਦੇ ਨਾਲ ਜ਼ਰੂਰ ਸੰਪਰਕ ਕਰੇ। ਉਹਨਾਂ ਦੱਸਿਆ ਕਿ ਸਰੀ RCMP ਦੇ ਨਾਲ 6045990502 ਦੇ ਉੱਪਰ ਜਾਂ ਫਿਰ ਕ੍ਰਾਈਮ ਸਟਾਪਰਸ ਨੂੰ 1800-222-8477 ਇਸ ਦੇ ਉੱਪਰ ਜਾਣਕਾਰੀ ਦਿੱਤੀ ਜਾ ਸਕਦੀ ਹੈ। ਰਿਚਮੰਡ ਦੇ ਵਿੱਚ ਇੱਕ ਘਰ ਨੂੰ ਅੱਗ ਲੱਗੀ, ਜਿਸ ਦੇ ਵਿੱਚ 2 ਲਾਸ਼ਾਂ ਮਿਲੀਆਂ ਸੀ। ਉਹਨਾਂ ਦੀ ਪਹਿਚਾਣ ਜਨਤਕ ਕੀਤੀ ਗਈ ਹੈ। ਦਰਅਸਲ ਇਹ 2 ਪੰਜਾਬੀ ਹਨ ਅਤੇ ਕਿਹਾ ਜਾ ਰਿਹਾ ਹੈ, ਜੋ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਹਨਾਂ ਦਾ ਸੰਬੰਧ ਗੈਂਗ ਕੌਨਫਲਿਕਟ ਦੇ ਨਾਲ ਹੋ ਸਕਦਾ ਹੈ। ਉਹਨਾਂ ਵੱਲੋਂ ਇਸ ਦੇ ਬਾਰੇ ਵਿੱਚ ਜਿਹੜੀ ਅਪਡੇਟ ਹੈ ਉਹ ਸਾਂਝੀ ਕੀਤੀ ਗਈ ਹੈ। ਆਈ ਹਿੱਟ ਨੇ ਰਿਚਮੰਡ ਦੇ ਵਿੱਚ ਜਿਹੜੇ 2 ਪੰਜਾਬੀ ਭਰਾ ਮਾਰੇ ਗਏ ਉਹਨਾਂ ਦੇ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਹੈ। ਇਸ ਮਾਮਲੇ ਦੇ ਵਿੱਚ ਆਈ ਹਿੱਟ ਦਾ ਕਹਿਣਾ ਹੈ ਕਿ ਇਹ ਦੋਹਾਂ ਭਰਾਵਾਂ ਦਾ ਕਤਲ ਗੈਂਗ ਕੌਨਫਲਿਕਟ ਦੇ ਨਾਲ ਸੰਬੰਧਿਤ ਹੋ ਸਕਦਾ ਹੈ। ਦੱਸੀਏ ਕਿ ਇਹ ਘਟਨਾ 19 ਮਾਰਚ ਨੂੰ ਰਿਚਮੰਡ ਦੇ ਵਿੱਚ ਵਾਪਰੀ, ਜਿਸ ਵਿੱਚ ਹੁਣ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਮਰਨ ਵਾਲਿਆਂ ਦੀ ਪਹਿਚਾਣ ਜਨਤਕ ਕਰ ਦਿੱਤੀ ਗਈ ਹੈ। ਆਈ ਹਿੱਟ ਨੇ ਜੋ ਜਾਣਕਾਰੀ ਦਿੱਤੀ ਹੈ ਉਸ ਦੇ ਮੁਤਾਬਕ ਮਰਨ ਵਾਲੇ 2 ਭਰਾ ਹਨ। ਇੱਕ ਦੀ ਉਮਰ 25 ਸਾਲ ਅਤੇ ਦੂਸਰੇ ਦੀ ਉਮਰ 23 ਸਾਲ ਹੈ। 25 ਸਾਲਾ ਨੌਜਵਾਨ ਦਾ ਨਾਮ ਚੇਤਨ ਢੀਂਡਸਾ ਦੱਸਿਆ ਗਿਆ ਹੈ ਅਤੇ 23 ਸਾਲਾ ਨੌਜਵਾਨ ਦਾ ਨਾਮ ਜੋਵਨ ਢੀਂਡਸਾ ਦੱਸਿਆ ਗਿਆ। ਦੱਸੀਏ ਕਿ ਪੁਲਿਸ ਕੋਲ ਇਹਨਾਂ ਦਾ ਪਹਿਲਾਂ ਹੀ ਰਿਕਾਰਡ ਹੈ। ਟੀਮ ਵੱਲੋਂ ਜੋ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਉਸ ਦੇ ਮੁਤਾਬਕ ਸ਼ੁੱਕਰਵਾਰ ਸਵੇਰੇ ਤਕਰੀਬਨ 4:45 ਤੇ ਰਿਚਮੰਡ RCMP ਨੂੰ ਇੱਕ ਘਰ ਨੂੰ ਲੱਗੀ ਅੱਗ ਦੀ ਖਬਰ ਮਿਲੀ ਸੀ। ਉਹਨਾਂ ਵੱਲੋਂ ਅੱਗ ਦੇ ਉੱਪਰ ਕਾਬੂ ਪਾਇਆ ਗਿਆ। ਅੱਗ ਬੁਝਾਉਣ ਤੋਂ ਬਾਅਦ ਘਰ ਦੇ ਅੰਦਰ 2 ਮ੍ਰਿਤਕ ਸ਼ਰੀਰ ਯਾਨੀ ਕਿ ਡੈੱਡ ਬੋਡੀਜ਼ ਬਰਾਮਦ ਕੀਤੀਆਂ ਗਈਆਂ। ਜਾਂਚ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਦਰਅਸਲ ਇਹ ਕਤਲ ਦੀ ਵਾਰਦਾਤ ਸੀ। ਆਫੀਸ਼ੀਅਲਸ ਨੂੰ ਲੱਗਦਾ ਹੈ ਕਿ ਇਸ ਘਟਨਾ ਦਾ ਸੰਬੰਧ ਲੋਅਰ ਮੇਨਲੈਂਡ ਦੇ ਵਿੱਚ ਜੋ ਚੱਲ ਰਹੇ ਗੈਂਗ ਕੌਨਫਲਿਕਟ ਨੇ ਉਸ ਦੇ ਨਾਲ ਹੈ ਅਤੇ ਵਿਕਟਮਸ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ ਸੀ। ਇਸ ਮੌਕੇ ਦੇ ਉੱਪਰ ਆਈ ਹਿੱਟ ਵੱਲੋਂ ਇਹ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਇਸ ਦੇ ਸੰਬੰਧ ਦੇ ਵਿੱਚ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਆਈ ਹਿੱਟ ਜਾਂ ਫਿਰ ਕ੍ਰਾਈਮ ਸਟਾਪਰਸ ਦੇ ਨਾਲ ਜ਼ਰੂਰ ਇਸ ਮਾਮਲੇ ਦੇ ਬਾਰੇ ਵਿੱਚ ਸੰਪਰਕ ਕਰਨ ਤਾਂ ਕਿ ਇਸ ਦੇ ਬਾਰੇ ਵਿੱਚ ਹੋਰ ਪੜਤਾਲ ਕੀਤੀ ਜਾ ਸਕੇ। ਅਮਰੀਕਾ ਦੇ ਅੰਦਰ ਜੋ ਕੈਪੀਟੋਲ ਹਿੰਸਾ ਹੋਈ ਸੀ ਉਸ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮ ਤੋਂ ਅਕਾਊਂਟ ਹਟਾ ਦਿੱਤੇ ਗਏ ਅਤੇ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ। ਇੱਕ ਵਾਰ ਫਿਰ ਤੋਂ ਟਰੰਪ ਦੀ ਸੋਸ਼ਲ ਮੀਡੀਆ ਦੇ ਉੱਪਰ ਵਾਪਸੀ ਹੋ ਸਕਦੀ ਹੈ, ਇਸ ਦੀ ਜਾਣਕਾਰੀ ਸਾਹਮਣੇ ਆਈ ਹੈ। ਨਾਲ ਦੀ ਨਾਲ ਇਹ ਵੀ ਦੱਸਿਆ ਗਿਆ ਜਿਸ ਪਲੇਟਫਾਰਮ ਦੇ ਉੱਪਰ ਟਰੰਪ ਹੁਣ ਆਉਣ ਜਾ ਰਹੇ ਨੇ ਉਹ ਪਲੇਟਫਾਰਮ ਉਹਨਾਂ ਦਾ ਖੁਦ ਦਾ ਹੋਵੇਗਾ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮ ਤੋਂ ਬੈਨ ਕਰ ਦਿੱਤਾ ਗਿਆ। ਪਰ ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਇੱਕ ਵਾਰ ਫਿਰ ਤੋਂ ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਵਾਪਸੀ ਹੋ ਸਕਦੀ ਹੈ। ਜੀ ਹਾਂ, ਉਹ ਆਪਣਾ ਖੁਦ ਦਾ ਸੋਸ਼ਲ ਮੀਡੀਆ ਪਲੇਟਫਾਰਮ ਸ਼ੁਰੂ ਕਰਨਗੇ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਵਾਪਸੀ ਕਰਨ ਦੀ ਹੁਣ ਤਿਆਰੀ ਕੀਤੀ ਜਾ ਰਹੀ ਹੈ, ਜਿੱਥੇ ਉਹਨਾਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਜੋ ਕਿ ਖੁਦ ਦਾ ਹੋਵੇਗਾ ਉਸ ਨੂੰ ਲਾਂਚ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਟਰੰਪ ਦੇ ਪੁਰਾਣੇ ਸਲਾਹਕਾਰ ਜੇਸਨ ਵੱਲੋਂ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਅਗਲੇ 2-3 ਮਹੀਨਿਆਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਟਰੰਪ ਵਾਪਸੀ ਕਰ ਸਕਦੇ ਨੇ। ਅਜਿਹੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ਦੇ ਉੱਪਰ ਵਾਪਸੀ ਦੇ ਲਈ ਪਲੇਟਫਾਰਮ ਵੀ ਖੁਦ ਦਾ ਹੋਵੇਗਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ ਗੇਮ ਚੇਂਜਰ ਸਾਬਤ ਹੋਵੇਗਾ। ਹਾਲਾਂਕਿ ਇਸ ਤੋਂ ਇਲਾਵਾ ਮਿਲਰ ਵੱਲੋਂ ਕੋਈ ਵੀ ਜਾਣਕਾਰੀ ਇਨਫੋਰਮੇਸ਼ਨ ਸਾਂਝੀ ਨਹੀਂ ਕੀਤੀ ਗਈ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਇਸ ਸਮੇਂ ਸੋਸ਼ਲ ਮੀਡੀਆ ਦੇ ਕਿਸੇ ਵੀ ਪਲੇਟਫਾਰਮ ਦੇ ਉੱਪਰ ਮੌਜੂਦ ਨਹੀਂ। ਇਸ ਦਾ ਕਾਰਨ 6 ਜਨਵਰੀ 2021 ਨੂੰ ਜੋ ਟਰੰਪ ਤੇ ਕੈਪੀਟੋਲ ਹਿੰਸਾ ਭੜਕਾਉਣ ਦਾ ਦੋਸ਼ ਲੱਗਾ, ਉਸ ਦੇ ਚੱਲਦਿਆਂ ਉਹਨਾਂ ਨੂੰ ਵੱਖ-ਵੱਖ ਪਲੇਟਫਾਰਮ ਤੋਂ ਬੈਨ ਕੀਤਾ ਗਿਆ। 2 ਹਫ਼ਤੇ ਪਹਿਲਾਂ ਆਰਸੀਐਮਪੀ ਆਫੀਸਰ ਜੋ ਕਿ ਪੰਜਾਬੀ ਹੈ, ਉਸ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਦੇ ਉੱਪਰ ਆਰਸੀਐਮਪੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਨਾਲ ਦੀ ਨਾਲ ਜੇਕਰ ਇਸ ਦੇ ਮਾਪਿਆਂ ਦੀ ਗੱਲ ਕਰੀਏ, ਜੋ ਆਫੀਸਰਸ ਦੀ ਉਸ ਦੇ ਮਾਪਿਆਂ ਦੀ, ਤਾਂ ਉਹ ਚਾਹੁੰਦੇ ਨੇ ਕਿ ਜਲਦ ਤੋਂ ਜਲਦ ਇਸ ਦਾ ਪਤਾ ਲਗਾਇਆ ਜਾਵੇ ਕਿ ਉਸ ਦੇ ਮੌਤ ਦੇ ਪਿੱਛੇ ਦਾ ਕੀ ਕਾਰਨ ਸੀ। ਉਹਨਾਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜਿਸ ਸਮੇਂ ਜੈਸਮੀਨ ਦੀ ਮੌਤ ਹੋਈ ਸੀ, ਉਸ ਸਮੇਂ ਉਹ 14.5 ਹਫ਼ਤਿਆਂ ਦੀ ਪ੍ਰੈਗਨੈਂਟ ਸੀ। ਕੈਨੇਡਾ ਦੇ ਵਿੱਚ ਆਫ ਡਿਊਟੀ 2 ਹਫ਼ਤੇ ਪਹਿਲਾਂ ਪੰਜਾਬੀ ਆਰਸੀਐਮਪੀ ਆਫੀਸਰ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ। ਇਸ ਮਾਮਲੇ ਦੀ ਜਾਂਚ ਆਰਸੀਐਮਪੀ, ਇੰਡੀਪੈਂਡੈਂਟ ਇਨਵੈਸਟੀਗੇਸ਼ਨ ਆਫਿਸ ਅਤੇ ਬ੍ਰਿਟਿਸ਼ ਕੋਲੰਬੀਆ ਕਾਰਨਰ ਸਰਵਿਸ ਵੱਲੋਂ ਕੀਤੀ ਜਾ ਰਹੀ ਹੈ। ਇਹ ਅਪਡੇਟ ਆਰਸੀਐਮਪੀ ਬ੍ਰਿਟਿਸ਼ ਕੋਲੰਬੀਆ ਸਪੋਕਸਪਰਸਨ ਵੱਲੋਂ ਸਾਂਝੀ ਕੀਤੀ ਗਈ। ਇਸ ਸਭ ਤੋਂ ਬਾਅਦ ਹੁਣ ਥਿਆੜਾ ਦੇ ਪਰਿਵਾਰ ਵਾਲੇ ਇਸ ਪਿੱਛੇ ਦੇ ਕਾਰਨਾਂ ਬਾਰੇ ਜਾਣਨਾ ਚਾਹੁੰਦੇ ਹਨ। ਵਕੀਲ ਮਾਰਟਿਨ ਵੱਲੋਂ ਪੋਸਟਮਾਰਟਮ ਐਗਜ਼ਾਮੀਨੇਸ਼ਨ ਦੀ ਮੰਗ ਕੀਤੀ ਜਾ ਰਹੀ ਹੈ। ਥਿਆੜਾ ਦੇ ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਕਿ ਜਦੋਂ ਉਸ ਦੀ ਮੌਤ ਹੋਈ, ਉਹ 14.5 ਹਫ਼ਤਿਆਂ ਦੀ ਪ੍ਰੈਗਨੈਂਟ ਸੀ। ਪੀਟਰ ਨੇ ਕਿਹਾ ਕਿ ਫਰਵਰੀ 21 ਨੂੰ ਥਿਆੜਾ ਵੈਸਟਮਿੰਸਟਰ ਘਰ ਤੋਂ ਚਲੀ ਗਈ ਅਤੇ ਵਾਪਸ ਨਹੀਂ ਆਈ। ਆਈਆਈਓ ਰਿਪੋਰਟ ਦੇ ਵਿੱਚ ਪਤਾ ਚੱਲਿਆ ਹੈ ਕਿ 911 ਦੇ ਉੱਪਰ ਕਾਲ ਆਈ ਕਿ ਔਰਤ ਨੇ ਸ਼ਾਇਦ ਆਪਣੇ ਆਪ ਨੂੰ ਹਾਰਮ ਜਾਣੀ ਕਿ ਨੁਕਸਾਨ ਪਹੁੰਚਾਇਆ ਹੈ। ਪੁਲਿਸ ਫਿਰ ਉਸ ਥਾਂ ਦੇ ਉੱਪਰ ਪਹੁੰਚੀ ਅਤੇ ਥਿਆੜਾ ਦੀ ਡੈੱਡ ਬੋਡੀ ਬਰਾਮਦ ਕੀਤੀ। ਪੀਟਰ ਨੇ ਦੱਸਿਆ ਕਿ ਥਿਆੜਾ ਨੇ ਆਪਣੀ ਮਾਂ ਨੂੰ ਕਿਹਾ ਸੀ ਕਿ ਉਹ ਗੈਸ ਪਵਾਉਣ ਦੇ ਲਈ ਜਾ ਰਹੀ ਹੈ ਅਤੇ ਕੁਝ ਖਾਣ ਨੂੰ ਵੀ ਲੈ ਕੇ ਆਵੇਗੀ। ਘਰ ਚੋਂ ਨਿਕਲਦੇ ਸਮੇਂ ਉਹ ਆਪਣਾ ਬੈਚ ਅਤੇ ਗਨ ਨਾਲ ਹੀ ਲੈ ਗਈ। ਇਸ ਤੋਂ ਬਾਅਦ ਰਿਚਮੰਡ ਦੇ ਗੇਟਵੇ ਹੋਟਲ ਦੇ ਵਿੱਚ ਉਸ ਦੀ ਪਾਰਕ ਕੀਤੀ ਹੋਈ ਖਾਲੀ ਗੱਡੀ ਦਿਖਾਈ ਦਿੱਤੀ। ਪਰਿਵਾਰਕ ਮੈਂਬਰਾਂ ਨੇ ਥਿਆੜਾ ਦੇ ਬਾਰੇ ਵਿੱਚ ਦੱਸਿਆ ਕਿ ਉਸ ਦਾ ਸੁਭਾਅ ਕਿਸ ਤਰ੍ਹਾਂ ਦਾ ਸੀ। ਉਹਨਾਂ ਇਹ ਵੀ ਸਾਂਝ ਪਾਈ ਕਿ ਉਹ ਸੀਨੀਅਰ ਆਰਸੀਐਮਪੀ ਆਫੀਸਰ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਵੀ ਰਹੀ। ਦੱਸ ਦਈਏ ਕਿ 2018 ਦੇ ਵਿੱਚ ਥਿਆੜਾ ਨੇ ਆਪਣੀ ਆਰਸੀਐਮਪੀ ਦੀ ਟ੍ਰੇਨਿੰਗ ਪੂਰੀ ਕੀਤੀ। ਉਸ ਦੀ ਮੌਤ ਤੋਂ ਬਾਅਦ ਹੁਣ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਆਖਿਰ ਉਸ ਦੇ ਮੌਤ ਦੇ ਪਿੱਛੇ ਕੀ ਕਾਰਨ ਸੀ ਅਤੇ ਪਰਿਵਾਰ ਵੱਲੋਂ ਵੀ ਲਗਾਤਾਰ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਪਿੱਛੇ ਦੇ ਕਾਰਨਾਂ ਦਾ ਜਲਦ ਤੋਂ ਜਲਦ ਪਤਾ ਲਗਾਇਆ ਜਾਵੇ। ਵੈਂਕੂਵਰ ਦੀ ਔਰਤ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਇੱਕ ਵਿਅਕਤੀ ਨੇ ਉਸ ਨੂੰ ਲਗਾਤਾਰ 30 ਮਿੰਟ ਤੱਕ ਸਟਾਕ ਕੀਤਾ, ਜਾਣੀ ਕਿ ਉਸ ਦਾ ਪਿੱਛਾ ਕਰਦਾ ਰਿਹਾ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ, ਉਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਦੀ ਪਹਿਚਾਣ ਵੀ ਜਨਤਕ ਕੀਤੀ ਗਈ ਹੈ। ਨਾਲ ਦੀ ਨਾਲ ਇਸ ਨੂੰ ਹੁਣ ਕਈ ਚਾਰजेस ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਸ ਦੇ ਬਾਰੇ ਹੋਰ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਸ ਵਿਅਕਤੀ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਉਸ ਦਾ ਕ੍ਰਿਮੀਨਲ ਰਿਕਾਰਡ ਵੀ ਹੈ। ਵੈਂਕੂਵਰ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਇੱਕ ਔਰਤ ਨੂੰ 30 ਮਿੰਟ ਤੱਕ ਸਟਾਕ ਕਰਦਾ ਰਿਹਾ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਪਰਸਨ ਆਫ ਇੰਟਰਸਟ ਦੀ ਪਹਿਚਾਣ ਕੀਤੀ ਗਈ ਹੈ ਜੋ ਵੈਂਕੂਵਰ ਦੀ ਔਰਤ ਦਾ 30 ਮਿੰਟ ਤੱਕ ਪਿੱਛਾ ਕਰਦਾ ਰਿਹਾ। ਵੀਪੀਡੀ ਸਪੋਕਸ ਵਿਮਨ ਨੇ ਇਸ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ। ਇਸ ਵਿਅਕਤੀ ਦਾ ਨਾਮ ਮੁਹੰਮਦ ਮਜ਼ੀਦਪੁਰ ਹੈ ਅਤੇ ਇਸ ਦੀ ਉਮਰ 33 ਸਾਲ ਦੱਸੀ ਗਈ ਹੈ। ਇਸ ਨੂੰ ਹੁਣ 1 ਕਾਊਂਟ ਆਫ ਅਸੌਲਟ ਵੈਪਨ ਅਤੇ 1 ਕਾਊਂਟ ਆਫ ਅਟਰਿੰਗ ਥ੍ਰੈਟਸ ਦੇ ਤਹਿਤ ਚਾਰਜ ਕੀਤਾ ਗਿਆ। ਪੁਲਿਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਵਿਅਕਤੀ ਦਾ ਇੱਕ ਲੰਬਾ ਕ੍ਰਿਮੀਨਲ ਇਤਿਹਾਸ ਹੈ, ਜਾਣੀ ਕਿ ਇਸ ਦੀ ਇੱਕ ਲੰਬੀ ਕ੍ਰਿਮੀਨਲ ਹਿਸਟਰੀ ਹੈ। ਇਸ ਨੂੰ ਕਸਟਡੀ ਦੇ ਵਿੱਚ ਰੱਖਿਆ ਗਿਆ। ਜਿਸ ਔਰਤ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਉਸਨੇ ਪਹਿਲਾਂ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਸਾਂਝੀ ਕਰਕੇ ਕਿਹਾ ਕਿ ਸ਼ਾਇਦ ਗਲਤ ਵਿਅਕਤੀ ਨੂੰ ਗ੍ਰਿਫਤਾਰ ਪੁਲਿਸ ਵੱਲੋਂ ਕੀਤਾ ਗਿਆ ਹੈ। ਪੁਲਿਸ ਵੱਲੋਂ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਨੂੰ ਚਾਰजेस ਦਾ ਸਾਹਮਣਾ ਕਰਨਾ ਪਵੇਗਾ, ਪਰ ਨਾਲ ਦੀ ਨਾਲ ਉਹਨਾਂ ਨੇ तमाम ਕਈ ਔਰਤਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਹਾਡੇ ਨਾਲ ਇਸ ਤਰ੍ਹਾਂ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਜਾਂ ਤੁਹਾਨੂੰ ਕਿਸੇ ਵਿਅਕਤੀ ਵੱਲੋਂ ਪਰੇਸ਼ਾਨ ਕੀਤਾ ਜਾਂਦਾ ਹੈ ਤੇ ਤੁਸੀਂ ਪੁਲਿਸ ਦੇ ਨਾਲ ਜ਼ਰੂਰ ਸੰਪਰਕ ਕਰੋ ਤਾਂ ਕਿ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਕੋਵਿਡ-19 ਦੇ ਚੱਲਦਿਆਂ ਸਖਤੀਆਂ ਕੀਤੀਆਂ ਗਈਆਂ। ਕਿਊਬੈਕ ਦੇ ਵਿੱਚ ਵੀ ਅਜਿਹਾ ਹੀ ਹੋਇਆ ਜਿੱਥੇ ਇਕੱਠ ਕਰਨ ਤੋਂ ਮਨਾ ਕੀਤਾ ਗਿਆ, ਪਰ ਇੱਥੇ ਫਿਰ ਵੀ ਕਈ ਲੋਕ ਅਜਿਹੇ ਨੇ ਜਿਨ੍ਹਾਂ ਵੱਲੋਂ ਗੈਰ ਕਾਨੂੰਨੀ ਢੰਗ ਦੇ ਨਾਲ ਗੈਦਰਿੰਗ ਕੀਤੀ ਜਾਂਦੀ ਹੈ, ਪਰ ਪੁਲਿਸ ਨੇ ਇਹਨਾਂ ਦੇ ਉੱਪਰ ਕਾਰਵਾਈ ਕੀਤੀ ਹੈ। ਜੋ ਲੋਕ ਪਾਰਟੀ ਕਰ ਰਹੇ ਸਨ ਕਿਊਬੈਕ ਦੇ ਇੱਕ ਸ਼ਹਿਰ ਦੇ ਵਿੱਚ ਅਤੇ ਉਹਨਾਂ ਨੂੰ ਟਿਕਟਾਂ ਵੀ ਜਾਰੀ ਕੀਤੀਆਂ ਗਈਆਂ। ਉਹਨਾਂ ਲੋਕਾਂ ਨੂੰ ਵੀ ਟਿਕਟਾਂ ਜਾਰੀ ਕੀਤੀਆਂ ਗਈਆਂ ਜੋ ਇਸ ਦੌਰਾਨ ਪੁਲਿਸ ਦੇ ਨਾਲ ਬਦਤਮੀਜ਼ੀ ਕਰਦੇ ਨਜ਼ਰ ਆਏ। ਕਿਊਬੈਕ ਦੇ ਸ਼ਹਿਰ ਦੇ ਵਿੱਚ ਗੈਰ ਕਾਨੂੰਨੀ ਇਕੱਠ ਕਰਨ ਦੇ ਜੁਰਮ ਦੇ ਵਿੱਚ 100 ਤੋਂ ਵੱਧ ਟਿਕਟਾਂ ਜਾਰੀ ਕੀਤੀਆਂ ਗਈਆਂ। ਲੈਵਲ ਦੇ ਵਿੱਚ 100 ਤੋਂ ਵੱਧ ਲੋਕਾਂ ਵੱਲੋਂ ਰਾਤ ਨੂੰ ਗੈਦਰਿੰਗ ਕੀਤੀ ਗਈ।
ਜਿੱਥੇ ਪਬਲਿਕ ਹੈਲਥ ਰੂਲਸ ਤੋੜਨ ਦੇ ਚੱਲਦਿਆਂ ਉਹਨਾਂ ਨੂੰ ਜੁਰਮਾਨਾ ਲਗਾਇਆ ਗਿਆ। ਇਸ ਦੌਰਾਨ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਪੁਲਿਸ ਨੂੰ ਹਾਈਵੇ 13 ਨੇੜੇ ਕਮਰਸ਼ੀਅਲ ਪਾਰਕਿੰਗ ਕੋਲ 8 ਵਜੇ ਦੇ ਕਰੀਬ ਬੁਲਾਇਆ ਗਿਆ ਸੀ, ਜਿੱਥੇ ਉਹਨਾਂ ਦੇਖਿਆ ਕਿ 200 ਤੋਂ ਵੱਧ ਨੌਜਵਾਨ ਹੈਂਗਆਊਟ ਜਾਣੀ ਕਿ ਪਾਰਟੀ ਕਰ ਰਹੇ ਹਨ। ਇਸ ਤੋਂ ਬਾਅਦ ਪੁਲਿਸ ਵੱਲੋਂ $1,500 ਤੋਂ ਵੱਧ ਦੀਆਂ 130 ਟਿਕਟਾਂ ਜਾਰੀ ਕੀਤੀਆਂ ਗਈਆਂ। ਇਸ ਦੌਰਾਨ ਕੁਝ ਨੌਜਵਾਨਾਂ ਨੇ ਪੁਲਿਸ ਦੇ ਨਾਲ ਬਦਤਮੀਜ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ। ਇਸ ਦੇ ਚੱਲਦਿਆਂ ਵੀ ਉਹਨਾਂ ਨੂੰ ਟਿਕਟਾਂ ਵੰਡੀਆਂ ਗਈਆਂ। ਇਸ ਦੌਰਾਨ ਪੁਲਿਸ ਦੇ ਸਪੋਕਸਪਰਸਨ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਇਹ ਪਾਰਕਿੰਗ ਲਾਟ ਕਾਰ ਰੇਸਿੰਗ ਅਤੇ ਰੈਕਲੈਸ ਡਰਾਈਵਿੰਗ ਦੇ ਵਾਸਤੇ ਜਾਣਿਆ ਜਾਂਦਾ ਹੈ। ਪੁਲਿਸ ਨੇ ਇੱਕ ਵਾਰ ਫਿਰ ਤੋਂ ਇਸ ਗੱਲ ਦੇ ਉੱਪਰ ਜ਼ੋਰ ਦਿੱਤਾ ਕਿ ਅਜਿਹੀ ਗੈਦਰਿੰਗ ਜਾਣੀ ਕਿ ਇਸ ਤਰ੍ਹਾਂ ਦਾ ਇਕੱਠ ਨਹੀਂ ਹੋਣ ਦਿੱਤਾ ਜਾਵੇਗਾ, ਕਿਉਂਕਿ ਕਿਊਬੈਕ ਦੇ ਵਿੱਚ ਕੋਵਿਡ-19 ਦੇ ਚੱਲਦਿਆਂ ਇਕੱਠ ਕਰਨ ਦੇ ਉੱਪਰ ਰੋਕ ਲਗਾਈ ਗਈ। ਜਦੋਂ ਏਡੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਵੱਲੋਂ ਇਲੀਗਲ ਤਰੀਕੇ ਦੇ ਨਾਲ ਜਾਣੀ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਗੈਦਰਿੰਗ ਕੀਤੀ ਗਈ, ਉਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਹੈ ਅਤੇ ਪੁਲਿਸ ਨੇ ਕਿਹਾ ਕਿ ਜੇਕਰ ਅਜਿਹਾ ਭਵਿੱਖ ਦੇ ਵਿੱਚ ਹੁੰਦਾ ਹੈ ਤਾਂ ਵੀ ਉਹਨਾਂ ਵੱਲੋਂ ਕਾਰਵਾਈ ਕੀਤੀ ਜਾਵੇਗੀ। ਕੈਨੇਡਾ ਜਹਾਜ਼ ਰਾਹੀਂ ਸਮਗਲਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ। 2 ਸਾਲ ਪਹਿਲਾਂ ਬਾਰਡਰ ਸਰਵਿਸਿਜ਼ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ, ਜਿੱਥੇ ਉਹਨਾਂ ਵੱਲੋਂ ਵੱਡੀ ਮਾਤਰਾ ਦੇ ਵਿੱਚ ਸੋਨਾ ਬਰਾਮਦ ਕੀਤਾ ਗਿਆ ਸੀ। ਇਸ ਦੇ ਉੱਪਰ ਜੋ ਜਾਂਚ ਆਈ ਹੈ, ਇਸ ਦਾ ਦੋਸ਼ੀ ਫੜਿਆ ਗਿਆ ਹੈ। ਬਾਕੀ ਸਾਰੀ ਜਾਣਕਾਰੀ ਦੱਸਾਂਗੇ ਇਸ ਖਬਰ ਦੇ ਵਿੱਚ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ 2 ਸਾਲ ਦੀ ਲੰਬੀ ਜਾਂਚ ਕਰਨ ਤੋਂ ਬਾਅਦ ਸਕਾਰਬੋ ਦੇ ਲਵਲੀ ਜੂਲਰਸ ਅਤੇ ਉਹਨਾਂ ਦੇ ਮਾਲਕ ਰਾਹੂ ਸਿਨਾਥੰਬੀ ਨੂੰ ਇੱਕ ਮਾਮਲੇ ਦੇ ਤਹਿਤ ਦੋਸ਼ੀ ਪਾਇਆ ਗਿਆ। ਇਹਨਾਂ ਵੱਲੋਂ ਕੈਨੇਡਾ ਦੇ ਵਿੱਚ ਜਹਾਜ਼ ਦੇ ਰਾਹੀਂ ਸਮਗਲ ਕਰਕੇ ਸੋਨਾ ਲਿਆਂਦਾ ਗਿਆ। 2018 ਦੌਰਾਨ ਬਾਰਡਰ ਸਰਵਿਸਿਜ਼ ਆਫੀਸਰ ਵੱਲੋਂ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੋਂ ਵੱਡੀ ਮਾਤਰਾ ਦੇ ਵਿੱਚ ਜੁਐਲਰੀ ਜਾਣੀ ਕਿ ਗਹਿਣਿਆਂ ਨੂੰ ਬਰਾਮਦ ਕੀਤਾ ਸੀ। ਇਸ ਤੋਂ ਬਾਅਦ ਇਸ ਮਾਮਲੇ ਦੇ ਉੱਪਰ ਜਾਂਚ ਦੀ ਸ਼ੁਰੂਆਤ ਕੀਤੀ ਗਈ। 2018 ਦੇ ਵਿੱਚ ਇਨਵੈਸਟੀਗੇਸ਼ਨ ਤੋਂ ਪਤਾ ਚੱਲਿਆ ਹੈ ਕਿ ਇਸ ਦਾ ਸੰਬੰਧ ਇੱਕ ਯਾਤਰੀ ਦੇ ਨਾਲ ਸੀ, ਜਿਸ ਵੱਲੋਂ ਏਡੀ ਵੱਡੀ ਗਿਣਤੀ ਦੇ ਵਿੱਚ ਸਮਗਲ ਕਰਕੇ ਕੈਨੇਡਾ ਅੰਦਰ ਸੋਨਾ ਲਿਆਂਦਾ ਗਿਆ। ਅਕਤੂਬਰ 2018 ਦੌਰਾਨ ਇਹ ਸਾਹਮਣੇ ਆਇਆ ਕਿ ਇਹ ਸਮਗਲਿੰਗ ਲਵਲੀ 골ਡ ਇਨਕਾਰਪੋਰੇਸ਼ਨ ਅਤੇ ਉਸ ਦੇ ਡਾਇਰੈਕਟਰ ਵੱਲੋਂ ਕੀਤੀ ਗਈ ਹੈ। ਇਸ ਜਾਂਚ ਦੇ ਵਿੱਚ ਇਹ ਵੀ ਪਾਇਆ ਗਿਆ ਕਿ ਲਵਲੀ 골ਡ ਇਨਕਾਰਪੋਰੇਸ਼ਨ ਅਤੇ ਡਾਇਰੈਕਟਰ ਵੱਲੋਂ 17 ਮਹੀਨਿਆਂ ਤੱਕ ਕੈਨੇਡਾ ਅੰਦਰ ਸੋਨੇ ਦੀ ਸਮਗਲਿੰਗ ਕੀਤੀ ਗਈ। ਮਾਰਚ 2021 ਨੂੰ ਲਵਲੀ 골ਡ ਇਨਕਾਰਪੋਰੇਸ਼ਨ ਅਤੇ ਡਾਇਰੈਕਟਰ ਨੂੰ ਕਸਟਮਸ ਐਕਟ ਸੈਕਸ਼ਨ 153C ਦੇ ਅਧੀਨ 2 ਕਾਊਂਟਸ ਦੇ ਚੱਲਦਿਆਂ ਗਿਲਟੀ ਪਾਇਆ ਗਿਆ। ਇਹਨਾਂ ਨੂੰ 4 ਚਾਰजेस ਦੇ ਤਹਿਤ ਕੁੱਲ ਕ੍ਰਿਮੀਨਲ ਫਾਈਨ $7,60,000 ਦਾ ਲਗਾਇਆ ਗਿਆ। ਇਸ ਦੇ ਨਾਲ ਹੀ ਲਵਲੀ 골ਡ ਇਨਕਾਰਪੋਰੇਸ਼ਨ ਅਤੇ ਸਿਨਾਥੰਬੀ ਨੂੰ ਹੋਰ $2,46,614 ਪੇ ਕਰਨੇ ਪੈਣਗੇ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ। ਨਾਲ ਦੀ ਨਾਲ ਦੱਸਾਂਗੇ ਕਿ ਇਸ ਸਮੇਂ ਕੋਵਿਡ-19 ਦੇ ਮੌਜੂਦਾ ਹਾਲਾਤ ਕੀ ਹਨ ਕੈਨੇਡਾ ਦੇ ਵਿੱਚ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 1,699 ਦੇ ਕਰੀਬ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਓਨਟਾਰੀਓ ਦੇ ਵਿੱਚ 75 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਦੇ ਲਈ ਵੈਕਸੀਨੇਸ਼ਨ ਦੀ ਬੁਕਿੰਗ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਟੋਰਾਂਟੋ ਤੋਂ 500 ਦੇ ਕਰੀਬ, ਪੀਲ ਰੀਜਨ ਤੋਂ 318, ਯਾਰਕ ਰੀਜਨ ਤੋਂ 155, ਹੈਮਿਲਟਨ ਤੋਂ 114 ਮਾਮਲਿਆਂ ਦੀ ਪੁਸ਼ਟੀ ਹੋਈ ਹੈ। 24 ਘੰਟਿਆਂ ਦੌਰਾਨ 31,100 ਦੇ ਕਰੀਬ ਟੈਸਟ ਕੀਤੇ ਗਏ। ਓਨਟਾਰੀਓ ਦੇ ਵਿੱਚ ਇਸ ਸਮੇਂ 813 ਦੇ ਕਰੀਬ ਮਰੀਜ਼ ਹਸਪਤਾਲ ਦੇ ਵਿੱਚ ਨੇ, ਜਿਨ੍ਹਾਂ ਵਿੱਚੋਂ 298 ਇੰਟੈਂਸਿਵ ਕੇਅਰ ਅਧੀਨ ਨੇ ਅਤੇ 186 ਵੈਂਟੀਲੇਟਰ ਦੇ ਉੱਪਰ ਨੇ। ਕਿਊਬੈਕ ਤੋਂ 712 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ। ਇਸ ਦੇ ਨਾਲ ਹੀ 15 ਲੋਕਾਂ ਦੀ ਜਾਨ ਇਸ ਵਾਇਰਸ ਦੇ ਕਰਕੇ ਚਲੀ ਗਈ। ਹੁਣ ਤੱਕ 3,03,051 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਨੇ। 10,614 ਦੇ ਕਰੀਬ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਹਸਪਤਾਲ ਦੇ ਵਿੱਚ 513 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 114 ਇੰਟੈਂਸਿਵ ਕੇਅਰ ਅਧੀਨ ਹਨ। ਮੈਨੀਟੋਬਾ ਦੇ ਵਿੱਚ 65 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਦੇ ਲਈ ਵੈਕਸੀਨੇਸ਼ਨ ਪਲਾਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ 24 ਘੰਟਿਆਂ ਦੌਰਾਨ ਇੱਥੇ 66 ਮਾਮਲੇ ਸਾਹਮਣੇ ਆਏ ਅਤੇ ਇੱਕ ਮੌਤ ਰਿਕਾਰਡ ਕੀਤੀ ਗਈ। ਕੈਨੇਡਾ ਦੇ ਵਿੱਚ ਹੁਣ ਤੱਕ 9,36,000 ਦੇ ਕਰੀਬ ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 22,695 ਦੇ ਕਰੀਬ ਹੁਣ ਤੱਕ ਜਾਨਾਂ ਜਾ ਚੁੱਕੀਆਂ ਹਨ। 8,78,000 ਦੇ ਕਰੀਬ ਹੁਣ ਤੱਕ ਕੈਨੇਡਾ ਦੇ ਅੰਦਰ ਰਿਕਵਰਡ ਕੇਸ ਨੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਝੋਣਵੀਆਂ ਖਬਰਾਂ ਦੇ ਉੱਪਰ। ਟਰੂਡੋ ਦਾ ਕਿਊਬੈਕ ਨੂੰ ਖਾਸ ਤੋਹਫਾ, ਇੰਟਰਨੈਟ ਦੇ ਲਈ ਕੀਤੀ ਇਨਵੈਸਟਮੈਂਟ। ਕੈਨੇਡਾ ਦੇ ਵਿੱਚ ਇੱਕ ਹੋਰ ਮਹਾਪੰਚਾਇਤ, ਭਾਰਤ ਦੇ ਕਿਸਾਨਾਂ ਦੇ ਲਈ ਪ੍ਰਦਰਸ਼ਨ।
ਕੈਨੇਡਾ ਦੇ ਵਿੱਚ ਸਪਾਊਸ ਕਰ ਰਹੇ ਸਾਥੀ ਦਾ ਇੰਤਜ਼ਾਰ, 1 ਸਾਲ ਤੋਂ ਵੱਧ ਸਮੇਂ ਤੋਂ ਕਰ ਰਹੀ ਉਡੀਕ। ਪਰਿਵਾਰ ਨੂੰ ਅਮਰੀਕਾ ਵਿੱਚ ਜਾ ਕੇ ਸਲਾਦ ਖਾਣਾ ਪਿਆ ਭਾਰੀ, ਮੁੰਡੇ ਦਾ ਦਿਮਾਗ ਹਟਿਆ ਕੰਮ ਕਰਨ ਤੋਂ। ਸਰੀ ਦੇ ਵਿੱਚ ਵਾਪਰਿਆ ਹਾਦਸਾ, 5 ਸਾਲਾ ਲੜਕੀ ਹੋਈ ਜ਼ਖਮੀ। ਰਿਚਮੰਡ ਦੇ ਵਿੱਚ ਮਰਨ ਵਾਲਿਆਂ ਦਾ ਹੋ ਸਕਦਾ ਹੈ ਗੈਂਗ ਵਾਰ ਦੇ ਨਾਲ ਸੰਬੰਧ, ਮਰਨ ਵਾਲੇ 2 ਪੰਜਾਬੀਆਂ ਦੇ ਨਾਮ ਕੀਤੇ ਗਏ ਜਨਤਕ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।